इस तरह के होर वीडियोस देखने लिए चैनल को सब्सक्राइब ते लाइक जरूर करो ਅਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰੋ ਤਾਂ ਕਿ ਤੁਹਾਡੇ ਤੱਕ ਸਭ ਤੋਂ ਪਹਿਲਾਂ ਇਸ ਦਾ ਨੋਟੀਫਿਕੇਸ਼ਨ ਪਹੁੰਚ ਜਾਵੇ। हाँ जी भरा, पहला तो सत श्री अकाल सारे भरावां नूं जिहड़े नाल जुड़े ने। ते बाकी जिहड़ी आपां अज गल करनी आ उही जिहड़े 2 दिन लंघे आ उन्हां दे संबंध विच गल करनी। तुहाडे नाल सारियां गल्लां तुहाडे सामने क्लीयर होणगीआं, जो भी गल्लां पिछे होईआं, जो भी गल्लां तुहाडे सामने होईआं। ते मेरा मकसद सिर्फ जिहड़ा उपर टाइटल दिता होया ना, NRI वर्सेस NGO पंजाब, ਜਿਹੜਾ ਉੱਪਰ ਮੈਂ ਸਟੇਟਸ ਦਿੱਤਾ ਹੋਇਆ ਉਹਨੂੰ ਜਰੂਰ ਗੌਰ ਨਾਲ ਪੜ੍ਹਿਓ ਤੇ ਉਸ ਦੇ ਸੰਬੰਧ ਵਿੱਚ ਹੀ ਆਪਾਂ ਗੱਲ ਕਰਨੀ ਆ। ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ, ਤੇ ਤੁਸੀਂ ਵੀਡੀਓ ਸ਼ੇਅਰ ਜਰੂਰ ਕਰ ਦਿਓ। ਤੇ ਉਸ ਦੇ ਸੰਬੰਧ ਵਿੱਚ ਆਪਾਂ ਗੱਲ ਕਰਨੀ ਆ NRI ਵਰਸਸ NGO, ਠੀਕ ਹੈ ਨਾ। ਤੇ ਜਿਹੜਾ ਸਮਾਂ ਹੁਣ ਲੰਘਿਆ ਆਪਾਂ ਤੁਸੀਂ ਸਾਰਿਆਂ ਨੇ ਦੇਖਿਆ, ਜੋ 1 ਮਹੀਨੇ ਤੋਂ ਮੇਰੇ ਹਿਸਾਬ ਨਾਲ ਇਹ अगस्त का स्टार्ट होया, 1 अगस्त का, तो समझ लो भी महीना पूरा खत्म हो गया इसे मसले च चलिया सारा, ठीक है जी। तो जिहड़ा कुछ हिसाब किताब तुहाडे सामने आया वो असी तो मंजूर करना भी नहीं कदे भी, क्योंकि तुहाडे नाल असी आ। जे तुहानू मंजूर आ तो फिर सानू मंजूर आ, क्योंकि इंसाफ लोकां ने करना, जिन्हां लोकां दा पैसा गया है उन्हां ने इंसाफ करना। सब तो वड्डी गल जिहड़ी ये आ कि ਜਿਹੜਾ ਆਪਾਂ ਚੀਜ਼ ਦੇਖੀ ਸੀ, ਜਿਹੜਾ ਨਿਸ਼ਾਨਾ ਸੀਗਾ ਵੀ ਇਹਨਾਂ ਕੋਲੋਂ ਹਿਸਾਬ ਕਿਤਾਬ ਪਤਾ ਕਰੋ, ਇਹਨਾਂ ਕੋਲੇ ਹਿਸਾਬ ਕਿਤਾਬ ਹੈ ਨਹੀਂਗਾ। ਪਰ ਜੇ ਸਹੀ ਢੰਗ ਨਾਲ ਦੇਖੀਏ ਇਹਨਾਂ ਕੋਲੇ ਹਿਸਾਬ ਕਿਤਾਬ ਵਾਕਈ ਹੈ ਨਹੀਂ ਸੀਗਾ, ਠੀਕ ਆ। ਇਹ ਚੀਜ਼ ਦਾ ਤਾਂ ਪਰਦਾ ਉੱਠ ਗਿਆ ਬਿਲਕੁਲ ਅੱਜ ਦੇ ਟਾਈਮ ਤੇ। ਬਾਕੀ ਗੱਲ ਇੱਥੇ ਆ ਗਈ ਆ ਕਿ ਜੇ ਆਪਾਂ ਦੇਖੀਏ ਕਿ ਇਹ ਰੌਲਾ ਚਾਣਚੱਕ ਪਿਆ, ਜੇ ਇੱਕੇ ਟਾਈਮ ਜੇ ਮੰਨ ਕੇ ਚੱਲ ਗਏ ਵੀ ਇੱਕੇ ਟਾਈਮ ਸਾਰਿਆਂ ਤੇ ਸਾਰੀਆਂ NGO ਆ, ਜਿੱਦਾਂ ਸਾਰਿਆਂ ਨੂੰ ਇੱਕੇ ਟਾਈਮ ਪੁਲਿਸ ਵੱਲੋਂ ਜਾਂ ਕਿਸੇ ਵੱਲੋਂ ਛਾਪਾ ਪੈਂਦਾ ਇਹਨਾਂ ਉੱਪਰ, ਜਿੰਨੀਆਂ ਪੰਜਾਬ 'ਚ NGO ਆ ਕਿਸੇ ਕੋਲੋਂ ਹਿਸਾਬ ਕਿਤਾਬ ਮਿਲਣਾ ਹੀ ਨਹੀਂ ਸੀਗਾ ਸਹੀ ਢੰਗ ਨਾਲ। ਕੱਲਾ ਦੂਜਾ ਗੋਲਡੀ ਤੇ ਪਨੀਤ ਤੇ ਮਨਦੀਪ ਨਹੀਂ, ਬਾਕੀ ਵੀ ਜਿੰਨੇ ਬੈਠੇ ਨਾ ਪੰਜਾਬ ਦੇ ਵਿੱਚ NGO ਖੋਲੇ, ਮੈਂ ਹੈਲਪਿੰਗ ਹੈਂਡ ਦੇ ਨਾਂ ਤੇ ਅੱਜ 10 NGO ਖੋਲੀਆਂ ਦੇਖੀਆਂ, ਚਾਹੇ ਤੁਸੀਂ ਸਰਚ ਮਾਰ ਕੇ ਦੇਖ ਲਿਓ, ठीक है ना। पंजाब दे विच हैल्पिंग हैंड दे नाल हर शहर दे नाल मूहरे हैल्पिंग हैंड लगा, पिछले पासे शहर का नाम लगा होया वा। ये मसला तां सामने आया सिर्फ इन्हां 3 NGO जिहड़े मुंडे फेमस सीगे ज़्यादा, उन्हां दा मसला सामने आया। बाकी किसी दा मसला नहीं सामने आएगा भी उन्हां कोले हिसाब किताब हैगा कि नहीं हैगा। ते जिहड़े ये तिन्नां नूं तां इन्हां नूं तां पै गई अपनी धाई भी ਜਾਂ अपने हत्थों पाई दी, जिद्दां भी इन्हां कोले हिसाब किताब इन्ना खुला पैसा आया, इन्हां कोले कोई है नहीं सी, टाइम है नहीं सी इन्हां कोले रैडी करन वास्ते। ਜਿਹੜੀਆਂ दूसरियां NGO ਸੀਗੀਆਂ ਪੰਜਾਬ ਦੇ ਵਿੱਚ ਬੈਠੀਆਂ, ਉਹਨਾਂ ਨੇ ਆਪਣਾ ਟਾਈਮ ਸਾਂਭ ਲਿਆ, ਉਹਨਾਂ ਨੇ ਲਿਖਤ ਪੜ੍ਹਤ ਮਾੜੀ ਮੋਟੀ ਕਰ ਲਈ ਵੀ ਕੱਲ ਨੂੰ ਸਾਡੇ ਵੱਲ ਵੀ ਇਹ ਹਵਾ ਆ ਸਕਦੀ ਆ। ਇੱਕ NGO ਦੇ ਵਿੱਚ ਤਾਂ ਮਤਲਬ ਉਹਨਾਂ ਦੇ ਦਾ ਪੋਲੀਟੀਕਲ ਹੱਥ ਸੀ ਉਹਨਾਂ ਦੇ NGO ਦੇ ਉੱਪਰ, ਉਹ ਤਾਂ ਪਹਿਲੇ ਦਿਨਾਂ ਦੇ ਵਿੱਚ ਪਹਿਲੀ ਸ਼ੁਰੂਆਤ 'ਚੋਂ ਨਿਕਲ ਗਏ, ਤੁਹਾਨੂੰ ਸਭ ਨੂੰ ਹੀ ਪਤਾ, ਠੀਕ ਹੈ ਨਾ। ਇਹਨਾਂ ਦੇ ਲਿੰਕ ਕਿੱਥੋਂ ਤੱਕ ਹੁੰਦੇ ਆ, ਤੇ ਜੇ ਇਹਨਾਂ ਦੇ ਖਿਲਾਫ ਬੋਲਣਾ ਉਹ ਮਾੜੀ ਮੋਟੀ ਗੱਲ ਤਾਂ ਨਹੀਂ ਹੁੰਦੀ। ਤੇ ਹੁਣ ਵੀਰ ਸਾਡੇ ਗੱਲ 'ਚ ਟੈਗ ਪਾ ਦਿੰਦੇ ਆ, ਕਈ ਮੈਡਲ ਦੇ ਦਿੰਦੇ ਕਿ ਭਰਾ ਤੁਸੀਂ ਵਿਕ ਗਏ ਆ, ਤੇ ਤੁਸੀਂ ਇਦਾਂ ਕਰਕੇ ਗੋਲਡੀ ਕੋਲੇ ਵਿਕ ਗਏ, ਪਹਿਲਾਂ ਅਨਮੋਲ ਕੋਲੇ ਵਿਕ ਗਏ, ਆਹੀ ਮਿਲਦੇ ਆ। ਭਰਾ ਮੇਰੇ ਅੱਜ ਤੱਕ ਤਾਂ ਵਿਕੇ ਨਹੀਂ। ਜੇ ਤੁਹਾਡੇ 'ਚ ਵੀ ਕਿਸੇ 'ਚ ਖਰੀਦਣ ਦੀ ਹਿੰਮਤ ਹੈਗੀ ਆ ਤਾਂ ਖਰੀਦ ਕੇ ਦੇਖ ਲਓ। ਜਿਹੜੇ ਕਹਿੰਦੇ ਆ ਨਾ ਇਹ ਗੱਲਾਂ ਕਿ ਹਾਂ ਬਈ ਵਿਕ ਗਏ ਆ ਜਾਂ ਰਲ ਗਏ ਆ, ਇਦਾਂ ਦਾ ਕੋਈ ਗੱਲ ਨਹੀਂ, ਤੁਹਾਡੇ ਤੋਂ ਬਿਨਾਂ ਕੋਈ ਫੈਸਲਾ ਨਹੀਂ ਹੋਣਾਗਾ। ਇਹ ਤਾਂ ਸੀਗੀ NGO ਦੇ ਸੰਬੰਧ ਵਿੱਚ ਗੱਲਾਂ।
ਤੇ ਹੁਣ ਆਪਾਂ ਗੱਲਾਂ ਕਰਦੇ ਆਂ NRI ਦੇ ਸੰਬੰਧ ਵਿੱਚ, ਠੀਕ ਹੈ ਨਾ। ਬਘੇਲ ਸਿੰਘ ਕਿਵੇਂ ਬਾਬੇ? ਬਹੁਤ ਵਧੀਆ ਵੀਰੇ, ਆਪਣੀ ਸੁਣਾਓ ਕਿੱਦਾਂ? ਤੇ ਹੁਣ ਆਪਾਂ ਇਹ ਦੱਸ ਸਕਦੇ ਹੋ ਕਿ ਤੁਸੀਂ ਕੀ ਬੋਲਦੇ ਹੋ ਹੁਣ ਗੋਲਡੀ ਹੋਣੀ ਤਾਂ ਵੀਰੇ ਹੁਣ ਕੱਲ ਦਾ ਜਿਹਦਾ ਸੂਰਜ ਚੜੂਗਾ ਤੇ ਤੁਹਾਡੇ ਸਭ ਦੇ ਸਾਹਮਣੇ ਅੱਖਾਂ ਦੇ ਆ ਜਾਊਗਾ ਕਿ ਉਹ ਕੀ ਬੋਲਦਾ ਕੀ ਨਹੀਂ ਬੋਲਦਾਗਾ, ਠੀਕ ਹੈ ਨਾ। ਇਹ ਤਾਂ ਗੱਲ ਪੱਕੀ ਹੋ ਗਈ ਕਿ ਉਹਦੇ ਕੋਲੇ ਹਿਸਾਬ ਕਿਤਾਬ ਹੈ ਨਹੀਂਗਾ, ਪੂਰਾ ਜਿੱਦਾਂ ਆਪਾਂ ਮੰਗਦੇ ਸੀ ਉਸ ਤਰ੍ਹਾਂ ਦਾ ਹਿਸਾਬ ਕਿਤਾਬ ਹੈ ਨਹੀਂਗਾ। ਤੇ ਹੁਣ ਆ ਗਈ ਆਪਾਂ ਗੱਲ ਕਰਦੇ ਆਂ NRI ਭਰਾਵਾਂ ਦੀ, ਕਿ NRI ਭਰਾ ਪੜ੍ਹੇ ਲਿਖੇ ਆ, ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਚੰਗੇ ਬੁਰੇ ਦੀ ਪਰਖ ਆ, ਤੇ ਕੀ ਉਹ ਬਿਨਾਂ ਅੱਖਾਂ ਬੰਦ ਕੀਤੇ ਇਹਨਾਂ ਨੂੰ ਪੈਸਾ ਭੇਜੀ ਜਾਂਦੇ ਆ? ਜਿਹੜੇ ਪੰਜਾਬ ਦੇ ਵਿੱਚ NGO ਚੱਲਦੀਆਂ ਪਈਆਂ ਉਹਨਾਂ ਨੂੰ ਬੰਦ ਅੱਖਾਂ ਕਰਕੇ ਹੀ ਪੈਸਾ ਭੇਜੀ ਜਾਂਦੇ ਆ। ਚੱਕੋ ਬਈ, ਜਿਸ ਹਿਸਾਬ ਨਾਲ ਹੀ ਰੁਪਈਆ ਗਿਆ ਏ, ਜਿਸ ਹਿਸਾਬ ਨਾਲ ਜ਼ੁਬਾਨ ਦੇ ਵਿੱਚੋਂ ਕਹਿੰਦੇ ਪਏ ਆ ਕਿ ਸਾਨੂੰ ਇੰਨਾ ਪੈਸਾ ਆਇਆ ਏ, ਠੀਕ ਆ। 2 ਕੁ ਮਹੀਨਿਆਂ ਦੇ ਵਿੱਚ ਜੇ ਦੇਖਿਆ ਇਹਨਾਂ ਨੂੰ ਲੱਖ ਰੁਪਈਆ ਇੱਕ ਦਿਨ ਦਾ ਡਿੱਗਦਾ ਰਿਹਾ। ਤੇ ਜਿਨ੍ਹਾਂ ਨੇ ਲੱਖ ਰੁਪਈਆ ਦਿੱਤਾ ਭਰਾਵਾਂ ਨੇ, ਕੀ ਗੱਲ ਉਹ ਭਰਾ ਪੁੱਛ ਕੇ ਬੈਠੇ ਸੀਗੇ? ਉਹਨਾਂ ਨੂੰ ਕੁਝ ਦਿਸਦਾ ਨਹੀਂ ਪਿਆ ਸੀ ਸਾਡਾ ਪੈਸਾ ਸਹੀ ਥਾਂ ਤੇ ਲੱਗਦਾ ਕਿ ਨਹੀਂ ਲੱਗਦਾਗਾ, ਠੀਕ ਹੈ ਜੀ। ਪੈਸਾ ਦੇਣ ਲੱਗੇ ਤਾਂ ਦੇਖਦੇ ਨਹੀਂਗੇ, ਮੁੜ ਕੇ ਜਦੋਂ ਪਤਾ ਲੱਗਦਾ ਵੀ ਸਾਡਾ ਪੈਸਾ ਥਾਂ ਤੇ ਪਹੁੰਚਿਆ ਨਹੀਂ, ਮੁੜ ਕੇ ਦੂਜਿਆਂ ਨੂੰ ਮੈਸੇਜ ਕਿ ਭਾਈ ਸਾਡੇ ਪੈਸੇ ਕਿੱਥੇ ਗਏ ਆ, ਸਾਡੇ ਪੈਸੇ ਕਿੱਥੇ ਗਏ ਆ। ਜੇ ਤੁਸੀਂ ਖੁਦ ਹੀ NRI ਭਰਾ ਹੀ ਜਾਗ ਪੈਣ, ਮੈਂ ਸਭ ਤੋਂ ਵੱਡਾ ਕਸੂਰਵਾਰ ਜੇ ਮੰਨਦਾ ਨਾ, ਤੇ ਮੈਂ ਜਿੰਨੇ NRI ਭਰਾ ਬਾਹਰ ਬੈਠੇ ਨੇ ਇਹਨਾਂ ਨੂੰ ਕਸੂਰਵਾਰ ਮੰਨੂਗਾ ਸਭ ਤੋਂ ਪਹਿਲਾਂ, ਕਿ ਸਭ ਤੋਂ ਪਹਿਲਾਂ ਗਲਤੀ ਇਹਨਾਂ ਦੀ ਆ ਜਿਨ੍ਹਾਂ ਨੇ ਪੈਸਾ ਭੇਜਿਆ, ਉਸ ਤੋਂ ਬਾਅਦ ਗਲਤੀ ਉਹਨਾਂ ਦੀ ਆ। ਜਿਨ੍ਹਾਂ ਭਰਾਵਾਂ ਨੇ ਪੈਸਾ ਭੇਜਿਆ, ਕੀ ਉਹਨਾਂ ਦੇ ਪਿੰਡਾਂ ਦੇ ਵਿੱਚ ਉਹੋ ਜਿਹੇ ਹਾਲਾਤ ਵਾਲੇ ਜਿਹੜੇ ਹਾਲਾਤ ਇਹ ਦਿਖਾਉਂਦੇ ਪਏ ਆ ਵੀਡੀਓ ਦੇ ਵਿੱਚ ਬਣਾ ਕੇ, ਕਿਸੇ ਦੇ ਘਰ ਦੇ ਕੋਠਾ ਡਿੱਗਿਆ, ਕੋਈ ਗਰੀਬ ਮੰਜੇ ਤੇ ਪਿਆ ਚੀਕੀ ਜਾਂਦਾ ਹੈ, ਕਿਸੇ ਬੱਚੇ ਦੀ ਪੜ੍ਹਾਈ ਹੋਣ ਵਾਲੀ ਆ, ਕਿਸੇ ਗਰੀਬ ਕੁੜੀ ਦਾ ਵਿਆਹ ਹੋਣ ਵਾਲਾ, ਤੇ ਮੈਨੂੰ ਦੱਸ ਦਿਓ ਕਿਸ ਦੇ ਪਿੰਡ ਵਿੱਚ ਹੈ ਨਹੀਂਗੇ ਇਦਾਂ ਦੇ ਹਾਲਾਤ। ਇੱਕ ਵੀ ਪਿੰਡ ਪੰਜਾਬ ਦੇ ਵਿੱਚੋਂ ਲੱਭ ਕੇ ਦਿਖਾ ਦੇਣ NRI ਭਰਾ ਕਿ ਜਿਨ੍ਹਾਂ ਦੇ ਪਿੰਡ ਦੇ ਵਿੱਚ ਵਧੀਆ ਹਾਲਾਤ ਹੋਣ, ਵੀ ਸਾਡੇ ਪਿੰਡ 'ਚ ਤਾਂ ਕੋਈ ਭਰਾ ਹੈ ਹੀ ਨਹੀਂਗਾ ਜਿਹਦੀ ਅਸੀਂ ਹੈਲਪ ਕਰ ਸਕੀਏ। ਤੇ ਕਿਉਂ ਫਿਰ ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਤੁਸੀਂ ਆਪਣੀ ਮਿਹਨਤ ਦੀ ਕਮਾਈ ਦਿੰਦੇ ਆ? ਇਹ ਤਾਂ 3 ਜਣੇ ਸਾਹਮਣੇ ਆ ਗਏ, ਠੀਕ ਆ। ਜਿਹੜੇ ਬਾਕੀ ਘੁਸਪੈਠੀਏ ਬੈਠੇ ਆ, ਇੰਨੇ ਲੁਕੇ ਬੈਠੇ ਆ, ਅੱਧੇ ਤਾਂ ਘਰਾਂ 'ਚ ਹੀ ਵੜ ਕੇ ਬੈਠ ਗਏ ਆ, ਅੱਧੇ ਥੋੜੇ ਘਣਾ ਕੰਮ ਕਰੀ ਜਾਂਦੇ ਆ, ਉਹਨਾਂ ਤੋਂ ਹਿਸਾਬ ਕਿਤਾਬ ਕੌਣ ਮੰਗੂਗਾ? ਇਹ ਤਾਂ 3 ਸੀਗੇ ਜਿਹੜੇ ਫੇਮਸ, ਜਿੱਦਾਂ ਕਹਿੰਦੇ ਵੀ ਪੂਰੇ ਐਨ ਟੌਪ ਤੇ ਸੀਗੇ, ਜਿਹੜੇ 3 ਬੰਦੇ ਇਸ ਤਰ੍ਹਾਂ ਸਾਹਮਣੇ ਦੇ ਤੁਹਾਡੇ ਲਿਆਂਦੇ ਆ, ਠੀਕ ਆ। ਉਹਨਾਂ 3 ਬੰਦਿਆਂ ਦੇ ਹਾਲਾਤ ਇਸ ਟਾਈਮ ਕੀ ਤਾਂ ਹਸਪੀਟਲ ਦੇ ਵਿੱਚ ਬਿਮਾਰ ਪਿਆ, ਠੀਕ ਆ। ਦੂਸਰੇ ਦੀ ਸੇਵਾ ਰੁਕ ਚੁੱਕੀ ਆ ਬਿਲਕੁਲ, ਉਹ ਵੀ ਘਰ ਦੇ ਵਿੱਚ ਬੈਠਾ ਸਟ੍ਰੈਸ ਲਈ ਟੈਨਸ਼ਨ ਲੈ ਕੇ। ਤੇ ਤੀਜਾ ਉਹ ਮਲਾਨ ਦੇ ਵਿੱਚ ਬੈਠਾ, ਪੰਜਾਬ ਨੂੰ ਛੱਡ ਕੇ ਇਟਲੀ ਦੇ ਵਿੱਚ ਬੈਠਾ, ਮਲਾਨ ਸ਼ਹਿਰ ਦੇ ਵਿੱਚ ਕੋਈ ਬੰਦਾ ਸਾਹਮਣੇ ਆਉਂਦਾ ਪਿਆ? 2 ਬੰਦੇ ਤਾਂ ਆਪਣਾ ਪੱਖ ਰੱਖ ਗਏ, ਚੱਲ ਜੋ ਵੀ ਮਰਜ਼ੀ ਆ, ਘੱਟੋ ਘੱਟ 50% ਨਹੀਂ ਮੰਨਦੇ, 30% ਹਿਸਾਬ ਕਿਤਾਬ ਤਾਂ ਦੱਸ ਗਏ ਨਾ ਉਹ, ਵੀ ਸਾਡੇ ਕੋਲੇ ਭਾਈ ਆ ਇੰਨਾ ਕੁ ਪਿਆ। 30% ਦਾ ਮੰਨਦੇ ਆ ਨਾ ਵੀ ਉਹ ਹਿਸਾਬ ਕਿਤਾਬ ਦੇ ਗਏ ਆਪਾਂ ਨੂੰ, 100% ਨਹੀਂ ਦੇ ਕੇ ਗਏਗੇ। ਤੇ ਜਿਹੜਾ ਇੱਕ ਛੱਡ ਕੇ ਇੰਡੀਆ ਭੱਜ ਗਿਆ, ਉਹਨੇ ਤਾਂ ਬਿਲਕੁਲ ਹੀ ਕਿਨਾਰਾ ਕਰਤਾ, ਕਹਿੰਦਾ ਬਈ ਮੈਂ ਦੱਸ ਹੀ ਨਹੀਂ ਸਕਦਾ ਮੇਰੇ ਅਕਾਊਂਟ 'ਚ ਪੈਸੇ ਕਿੰਨੇ ਆਏ ਆ ਤੇ ਕਿੰਨੇ ਦੀ ਮੈਂ ਸੇਵਾ ਕੀਤੀ ਆ। ਤੇ ਫਿਰ ਅੱਜ ਦੇ ਟਾਈਮ ਚਲੋ ਮੰਨ ਕੇ ਚੱਲਦੇ, ਜਿਹੜੇ ਇਹ ਚਿਹਰੇ ਸੀਗੇ ਸਾਰੀ ਦੁਨੀਆ ਦੇ ਸਾਹਮਣੇ ਆ ਗਏ ਆ, ਠੀਕ ਆ। ਕੰਮ ਹੋ ਸਕਦਾ ਕੰਮ ਇਹਨੇ ਪਾਰਦਰਸ਼ੀ ਕੀਤਾ ਹੋਵੇ, ਪਰ ਹਾਂ ਹਿਸਾਬ ਕਿਤਾਬ ਦੇ ਵਿੱਚ ਸੱਚੇ ਬੰਦੇ ਨਹੀਂ ਹੋ ਸਕੇਗੇ, ਸਭ ਨੂੰ ਪਤਾ, ਠੀਕ ਆ। ਪਰ ਕੀ ਇਹਨਾਂ ਲੋਕਾਂ ਨੂੰ ਦੇਖ ਕੇ ਕੀ ਸਾਡੇ NRI ਭਰਾ ਆਉਣ ਵਾਲੇ ਸਮੇਂ ਦੇ ਵਿੱਚ ਸਬਕ ਲੈਣਗੇ? ਸਾਡਾ ਬੋਲਣ ਦਾ ਫਾਇਦਾ, ਇੰਨਾ ਕੁਛ ਕਰਨ ਦਾ ਫਾਇਦਾ ਤਾਂ ਹੀ ਆ, ਇੰਨਾ ਦਿਮਾਗ ਖਰਚਣ ਦਾ ਫਾਇਦਾ ਤਾਂ ਹੀ ਆ ਜੇ ਸਾਡੇ NRI ਭਰਾ ਜਾਗਣਗੇ, ਠੀਕ ਹੈ ਨਾ। ਉਹਨਾਂ ਨੂੰ ਨੱਥ ਨਹੀਂ ਕਦੇ ਪੈ ਸਕਦੀ ਪੰਜਾਬ ਦੇ ਵਿੱਚ। ਜੇ ਇਹ 3 ਭਰਾ ਸੀਗੇ ਜਿਹੜੇ ਕੰਮ ਕਰਦੇ ਸੀ NGO, ਆਪਾਂ ਸਾਰੇ ਭਰਾ ਹੈ, ਠੀਕ ਹੈ ਨਾ। ਗੋਲਡੀ, ਪਨੀਤ, ਮਨਦੀਪ, ਆਪਾਂ ਸਾਰੇ ਪੰਜਾਬੀ ਭਰਾ ਹੈ। ਪਹਿਲਾ ਜਿਹੜਾ ਫਰਜ਼ ਬਣਦਾ ਸਾਡਾ, ਸਾਰੇ NRI ਭਰਾ ਹੈ ਸਾਰੇ। ਪਰ ਕੀ ਇਹ 3 ਅਸੀਂ ਘਰੇ ਬਿਠਾ ਦਿੰਦੇ ਆ? ਜਿਹੜੇ ਬਾਕੀ ਛੋਟੇ ਆ ਉਹਨਾਂ ਦਾ ਕੀ ਕਰਨਾ? ਕਿ ਕੱਲੇ ਬੰਦੇ ਨੂੰ ਫੜ ਕੇ ਉਹਦਾ ਕੱਲੇ ਬੰਦੇ ਦੀ ਹਿਸਟਰੀ ਸਾਹਮਣੇ ਲੈ ਕੇ ਆਈਏ ਵੀ ਆਹ ਬੰਦਾ ਆਹ ਕਰਦਾ, ਆਹ ਬੰਦਾ ਆਹ ਕਰਦਾ। ਜਦੋਂ ਤੁਹਾਨੂੰ ਟੌਪ ਦੇ ਬੰਦਿਆਂ ਦਾ ਪਤਾ ਲੱਗ ਗਿਆ ਵੀ ਉਹਨਾਂ ਕੋਲੇ ਹਿਸਾਬ ਕਿਤਾਬ ਹੈ ਨਹੀਂ, ਤੇ ਜਿਹੜੀ ਰਹਿੰਦ ਖੂੰਹਦ ਆ ਕੀ ਉਹ ਹਿਸਾਬ ਕਿਤਾਬ ਰੱਖੂਗੀ? ਠੀਕ ਹੈ ਜੀ, ਕੀ ਉਹ ਹਿਸਾਬ ਕਿਤਾਬ ਰੱਖੂਗੀ? ਜਿਹੜੇ ਛੋਟੇ ਮੋਟੇ ਆ, ਜਿਨ੍ਹਾਂ ਕੋਲੇ 10-15 ਹਜ਼ਾਰ ਰੁਪਇਆ ਦਿਨ ਦਾ ਜਾਂਦਾ ਪਿਆ, ਕੀ ਉਹ ਹਿਸਾਬ ਕਿਤਾਬ ਰੱਖੂਗੀ? ਬਘੇਲ ਸਿੰਘ ਨੇ
ਬਹੁਤ ਹਿੰਮਤ ਕੀਤੀ ਜਿਹੜਾ ਤੁਹਾਡੇ ਸਾਹਮਣੇ ਸੱਚ ਲੈ ਕੇ ਆਂਦਾ। ਠੀਕ ਹੈ ਨਾ। ਤੇ ਤੁਹਾਨੂੰ ਉਸ ਗੱਲ ਤੇ ਹੁਣ ਕਿੰਨਾ ਕੁ ਯਾਰ ਅਗਲਾ ਫਰਜ਼ ਨਿਭਾਈ ਜਾਵੇ ਤੁਹਾਡੇ ਲਈ ਉਹ ਬੰਦਾ, ਜਾਂ ਮੈਂ ਤੁਹਾਡੇ ਲਈ ਕਿੰਨਾ ਕੁ ਫਰਜ਼ ਨਿਭਾਈ ਜਾਵਾਂ, ਜਾਂ ਚੌਧਰੀ ਕ੍ਰਿਸ਼ਨ ਲਾਲ ਕਿੰਨਾ ਕੁ ਫਰਜ਼ ਤੁਹਾਡੇ ਲਈ ਨਿਭਾਈ ਜਾਵੇ, ਜਾਂ ਜੋ ਵੀ ਇਹਨਾਂ ਦੇ ਪ੍ਰਤੀ ਤੁਹਾਨੂੰ ਜਗਾਉਣ ਵਾਸਤੇ ਬੋਲਿਆ ਉਹ ਕਿੰਨਾ ਕੁ ਆਪਣਾ ਫਰਜ਼ ਨਿਭਾਈ ਜਾਵੇ। ਇੰਨਾ ਕੀ ਫਰਜ਼ ਬਣਦਾ ਹੁੰਦਾ ਭਰਾਵੋ ਜਿੰਨਾ ਕੁ ਅਸੀਂ ਕਰਕੇ ਤੁਹਾਨੂੰ ਦਿਖਾਤਾ। ਠੀਕ ਹੈ ਨਾ। ਅਸੀਂ ਵੀ ਕੰਮਕਾਰ ਵਾਲੇ ਬੰਦੇ ਆ, ਇੱਥੇ ਮਿਹਨਤਾਂ ਕਰਨ ਵਾਲੇ ਬੰਦੇ ਆ, ਤੇ ਅਸੀਂ ਆਪਣੇ ਪਰਿਵਾਰਾਂ ਵੱਲ ਵੀ ਦੇਖਣਾ। ਪਰ ਹਾਂ ਇੱਕ ਗੱਲ ਜ਼ਰੂਰ ਆ, ਤਖਤਾ ਪਲਟ ਕੇ ਰੱਖਤਾ ਤੁਹਾਡੇ ਸਾਹਮਣੇ ਕਿ ਹਾਂ ਬਈ ਆਹ ਸੱਚ ਆ ਬਈ। ਹੁਣ ਕੱਲ ਨੂੰ ਗੋਲਡੀ ਭਰਾ ਕੀ ਕਰਦਾ, ਕੀ ਮੰਨਦਾ, ਉਹ ਤੇ ਡਿਪੈਂਡ ਆ। ਉਹ ਗੁਰੂ ਘਰ ਜਾ ਕੇ ਕੀ ਮਨਜ਼ੂਰੀ ਕਰਦਾ। ਮੇਰੀ ਗੱਲ ਸਾਰੇ ਭਰਾ ਕਹਿੰਦੇ ਆ ਕਿ ਗੁਰਦੁਆਰੇ ਜਾ ਕੇ ਇਹਨਾਂ ਸਾਰੇ ਸੱਚੇ ਬਣ ਜਾਣ। ਠੀਕ ਹੈ ਨਾ। ਸਾਡੇ ਧਰਮ ਦੇ ਵਿੱਚ ਸਾਡੇ ਗੁਰੂਆਂ ਦੇ ਜਾਂ ਗੁਰਬਾਣੀ ਤੇ ਰੱਖ ਲਓ, ਜਾਂ ਧਾਰਮਿਕ ਸਾਡੇ ਗੁਰੂਆਂ ਦੇ ਇਤਿਹਾਸ ਤੇ ਰੱਖ ਲਓ, ਕੋਈ ਟਿੱਪਣੀ ਕਰ ਦਿੰਦਾ। ਠੀਕ ਆ। ਉਹ ਵੀ ਜਾ ਕੇ ਗੁਰੂ ਘਰ ਜਾ ਕੇ ਮਾਫੀ ਮੰਗ ਲੈਂਦਾ, ਆਪਾਂ ਉਹਨੂੰ ਵੀ ਮਾਫ ਕਰ ਦਿੰਦੇ ਹੁੰਦੇ ਆ। ਠੀਕ ਆ ਨਾ। ਕਿੱਡੇ ਕਿੱਡੇ ਵੱਡੇ ਘਪਲੇ ਸਾਡੀ ਪੰਜਾਬ ਦੀ ਧਰਤੀ ਤੇ ਛੱਡੋ, ਇੰਡੀਆ ਦੇ ਪੂਰੇ ਇੰਡੀਆ ਵਿੱਚ ਘਪਲੇ ਹੁੰਦੇ ਆ। ਨਹੀਂ ਕਰਦੇ ਤਾਂ ਮੈਨੂੰ ਦੱਸ ਦਿਓ। ਤੇ ਉਹਨਾਂ ਘਪਲੇ ਵਾਲਿਆਂ ਲੀਡਰਾਂ ਨੂੰ ਆਪਾਂ ਵੋਟਾਂ ਪਾ ਕੇ ਮੰਤਰੀ ਨਹੀਂ ਬਣਾਉਂਦੇ ਤਾਂ ਮੈਨੂੰ ਦੱਸ ਦਿਓ ਕਿ ਹਾਂ ਬਈ ਅਸੀਂ ਮੰਤਰੀ ਨਹੀਂ ਬਣਾਉਂਦੇ ਉਹਨਾਂ ਨੂੰ ਦੁਬਾਰਾ। ਮੰਤਰੀ 5 ਸਾਲਾਂ ਬਾਅਦ 10 ਸਾਲਾਂ ਬਾਅਦ ਉਹੀ ਘਪਲੇ ਵਾਲੇ ਲੀਡਰ ਬਣੇ ਹੁੰਦੇ ਆ। ਜੇ ਮੰਨਦੇ ਆ ਇਹਨਾਂ ਨੇ ਤਿੰਨਾਂ ਨੇ ਘਪਲਾ ਕੋਈ ਕੀਤਾ, ਠੀਕ ਆ, ਤੇ ਜੇ ਗੁਰੂ ਘਰ ਜਾ ਕੇ ਇਹ ਮਾਫੀ ਮੰਗਦੇ ਆ ਤੇ ਫਿਰ ਆਪਾਂ ਯਾਰ ਗੁਰੂ ਨਾਲੋਂ ਵੱਡੇ ਹੋ ਗਏ, ਇਹਨਾਂ ਨੂੰ ਮਾਫ ਨਹੀਂ ਕਰ ਸਕਦੇਗੇ। ਆਪਾਂ ਕਹਿੰਦੇ ਨੇ ਆ ਮਤ ਪੱਤ ਦਾ ਰੱਖ ਆਪ ਵਾਹਿਗੁਰੂ ਆ, ਸਾਡੀ ਇੱਜ਼ਤ ਦਾ ਰੱਖ ਆਪ ਵਾਹਿਗੁਰੂ ਆ। ਠੀਕ ਆ। ਤੇ ਕੀ ਗੱਲ ਆਪਣੇ ਸਭ ਤੋਂ ਸਰਵ ਉੱਚ ਅਦਾਲਤ ਆ ਜਿਹੜੀ, ਜੇ ਉੱਥੇ ਜਾ ਕੇ ਉਹ ਨੀਵੇਂ ਹੁੰਦੇ ਆ ਬੰਦੇ, ਤੇ ਕੀ ਗੱਲ ਅਸੀਂ ਉਹਨਾਂ ਨੂੰ ਮੰਨਾਂਗੇ ਨਾ ਕਿ ਵੀ ਹਾਂ ਵੀ ਇਸਨੇ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਸਾਹਿਬ ਦੇ ਜਾ ਕੇ ਸਾਹਮਣੇ ਜਾ ਕੇ ਆਪਣੀ ਗਲਤੀ ਆਪਣੀ ਭੁੱਲ ਬਖਸ਼ਾਈ ਆ, ਤੇ ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਇਸ ਗੱਲ ਨੂੰ ਖਤਮ ਕੀਤਾ ਜਾਵੇ? ਕਿਉਂਕਿ ਹਿਸਾਬ ਤਾਂ ਨਹੀਂ ਆਇਆ ਸਾਹਮਣੇ, ਸਭ ਨੂੰ ਪਤਾ। ਯਾਰ ਆਪੇ ਲਿਖਿਆ ਹੀ ਦਿਖਾ ਦੇਣਾ, ਕੋਈ ਅਕਾਊਂਟ ਨਹੀਂ, ਕੋਈ ਵੈਸਟਰਨ ਯੂਨੀਅਨ ਨਹੀਂ, ਕੋਈ ਮਨੀਗ੍ਰਾਮ ਦੀ ਸੇਧ ਨਹੀਂ। ਜਾਂ ਇਹੀ ਤਾਂ ਬਘੇਲ ਸਿੰਘ ਆਪਾਂ ਗੱਲ ਕਰਦੇ ਪਏ ਆ ਭਰਾ ਕਿ ਲੋਕ ਸਾਡੇ ਹਲੇ ਵੀ ਸੁੱਤੇ ਪਏ ਆ। ਇਹ ਗੱਲ ਤਾਂ ਇੱਥੇ ਜਾ ਕੇ ਮੁੱਕਦੀ ਆ ਕਿ ਸਾਡੇ NRI ਭਰਾ ਹੈ ਜਿਹੜੇ, ਉਹਨਾਂ ਨੂੰ ਜਾਗਣਾ ਪੈਣਾ ਏ। ਜਿਹੜੀਆਂ ਇਹ ਜੋਕਾਂ ਨਾ, ਮੈਂ ਗਰੰਟੀ ਕਰਦਾ ਤੁਸੀਂ ਮੁਕਾ ਕੇ ਦਿਖਾ ਦਿਓ। ਇਹਦਾ ਭਰਾ ਜਿਹੜੇ 3 ਹੈਗੇ ਆ, ਇਹਦਾ ਘਰੋਂ ਘਰ ਬਹਿ ਜਾਣਗੇ। ਦੋਵਾਂ ਨੇ ਤਾਂ ਚੱਲ ਕੁਛ % ਕਰਤਾ, ਦੱਸਤਾ, ਇੱਕ ਨੇ ਤਾਂ ਕੁਝ ਨਹੀਂ ਦੱਸਿਆ। ਮੰਨ ਕੇ ਚੱਲਦੇ ਆ ਘਰੇ ਬਹਿ ਜਾਣਗੇ, ਪਰ ਜਿਹੜੀ ਬਾਕੀ ਆ ਉਹਨਾਂ ਦਾ ਕੀ ਕਰੋਗੇ? ਕਿ ਉਹ ਆਪਣੀਆਂ ਵੀਡੀਓ ਦੇ ਵਿੱਚ ਇੱਕ ਗਰੀਬ ਪਰਿਵਾਰ ਨੂੰ ਦਿਖਾਉਣੋਂ ਛੱਡ ਦੇਣਗੇ? ਕੀ ਉਹ ਇੱਕ ਸੈਡ Song ਗਾਣਾ ਜਿਹੜਾ ਲੋਕ ਦੇਖ ਕੇ ਤੁਸੀਂ ਇਮੋਸ਼ਨਲ ਬਲੈਕਮੇਲ ਹੁੰਨੇ ਆ, ਕੀ ਉਹ Song ਇਹ ਲੋਕ ਲਾਉਣਾ ਛੱਡ ਦੇਣਗੇ? ਜਾਂ ਤੁਹਾਨੂੰ ਤੁਹਾਡੀਆਂ ਫੀਲਿੰਗਾਂ ਨੂੰ ਗੁੰਮਰਾਹ ਕਰਕੇ ਤੁਹਾਨੂੰ ਠੱਗਣਾ ਛੱਡ ਦੇਣਗੇ ਲੋਕ? 2 ਮਹੀਨੇ 4 ਮਹੀਨੇ ਤੁਹਾਨੂੰ ਅੜੀ ਅੱਖ ਖੁੱਲੀ ਰਹਿਣੀ ਆ NRI ਭਰਾਵਾਂ ਦੀ, ਆਪਣਿਆਂ ਦੀ, ਸਾਰਿਆਂ ਦੀ। ਮੁੜ ਕੇ ਫੇਰ ਉਹੀ ਚੁੱਕ ਚੱਲ ਪੈਣਾ ਬਾਅਦ ਦੇ ਵਿੱਚ। ਸਹੀ ਹੈ ਨਾ। ਜੇ ਮੇਰੇ ਹਿਸਾਬ ਨਾਲ ਵੀ ਜੇ ਪਹਿਲੇ ਦਿਨ ਹੀ ਹਿਸਾਬ ਕਿਤਾਬ ਦਿਖਾ ਦਿੰਦੇ ਨਾ, ਤੇ ਇੰਨਾ ਰੌਲਾ ਚਾਹੇ 20% 30% ਜਿੰਨਾ ਵੀ ਦਿਖਾਇਆ ਇੰਨਾ ਹੋਊਗਾ, ਬਾਨਾ ਹੀ ਨਹੀਂ ਸੀ ਗੱਲ ਦਾ। ਜੇ ਇੰਨਾ ਰੌਲਾ ਪਿਆ ਵਾ ਸਿਰਫ ਇਹ ਹਿਸਾਬ ਕਿਤਾਬ ਤੋਂ ਭੱਜੇ ਕਰਕੇ, ਮੈਂ ਇਹਨਾਂ ਨੂੰ ਮੂੰਹ ਤੇ ਵੀ ਕਿਹਾ ਵੀ ਤੁਸੀਂ ਹਿਸਾਬ ਕਿਤਾਬ ਤੋਂ ਭੱਜੇ ਆ। ਠੀਕ ਹੈ ਨਾ। ਹਰ ਗੱਲ ਤੁਹਾਡੇ ਵਿੱਚ ਕੀਤੀ ਆ, ਤੁਹਾਨੂੰ ਦੱਸਤਾ ਸੀ ਵੀ ਹਾਂ ਬਈ ਉਹ ਬੰਦਾ ਹਿਸਾਬ ਕਿਤਾਬ ਦਊਗਾ, ਏਦਾਂ ਦਊਗਾ। ਹੁਣ ਜਿਹੜੀ ਗੱਲ ਫੋਨ ਤੇ ਹੁੰਦੀ ਆ ਉਹ ਮੰਨਦੇ ਆ ਕਿ ਰਿਕਾਰਡਿੰਗ ਤੁਸੀਂ ਕਹਿੰਦੇ ਆ ਕਿ ਵੀਰੇ ਸ਼ੇਅਰ ਕਰੋ, ਸਾਰੇ ਲੋਕਾਂ ਦੇ ਵਿੱਚ ਸ਼ੇਅਰ ਕਰੋ, ਅਸੀਂ ਤੁਹਾਡੀ ਗੱਲ ਮੰਨਦੇ ਆ। ਪਰ ਜਿਹੜਾ ਬੰਦਾ ਸਾਡੇ ਨਾਲ ਇੱਕ ਵਿਸ਼ਵਾਸ ਦੇ ਸਿਰ ਤੇ ਗੱਲ ਕਰਦਾ ਨਾ, ਉਸ ਬੰਦੇ ਦੀ ਰਿਕਾਰਡਿੰਗ ਕਰਨੀ ਸ਼ੇਅਰ ਦਾ ਬਣਦੀ ਨਹੀਂ। ਕਿਉਂਕਿ ਇੱਕ ਬੰਦਾ ਭਰੋਸਾ ਬਣਦਾ ਤੁਹਾਡੇ ਉੱਤੇ। ਜੇ ਉਹ ਬੰਦੇ ਦਾ ਭਰੋਸਾ ਟੁੱਟਦਾ, ਹਾਂ ਜਿਹੜੀ ਵੀ ਗੱਲ ਇਹਨਾਂ ਨੇ ਰਿਕਾਰਡਿੰਗ ਵਿੱਚ ਕੀਤੀ ਆ ਉਹ ਗੱਲਾਂ ਤੁਹਾਨੂੰ ਅਸੀਂ ਸਾਰੀਆਂ, ਮੈਂ ਤੇ ਬਘੇਲ ਸਿੰਘ ਜਿੱਦਣ ਲਾਈਵ ਹੋਇਆ ਉਦਣ ਵੀ ਦੱਸਾਂਗਾ ਕਿ ਉਹ ਬੰਦੇ ਕੀ ਕਹਿੰਦੇ ਪਏ ਆ, ਕੀ ਨਹੀਂ ਕਹਿੰਦੇ ਪਏ, ਕਿਸ ਤਰ੍ਹਾਂ ਹਿਸਾਬ ਕਿਤਾਬ ਲੈ ਕੇ ਆਉਣਗੇ, ਕਿਹਦੀ ਉਹ ਗਾਰੰਟੀ ਚੱਕਦੇ ਪਏ ਆ ਹਿਸਾਬ ਕਿਤਾਬ ਦੀ, ਕਿਹਦੀ ਉਹ ਨਹੀਂ ਗਾਰੰਟੀ ਚੱਕਦੇ ਪਏ। ਗੋਲਡੀ ਨੇ ਸਿਰਫ ਆਪਣੀ ਗਾਰੰਟੀ ਚੱਕੀ ਸੀ, ਆਪਣੇ ਜਿਹੜੇ 4-5 ਬੰਦੇ ਸੀ ਨਾਲ ਉਹਨਾਂ ਦੀ ਗਾਰੰਟੀ ਚੱਕੀ ਸੀ। ਤੇ ਗੋਲਡੀ ਨੇ ਨਾ ਤਾਂ ਪਨੀਤ ਦੀ ਗਾਰੰਟੀ ਚੱਕੀ ਸੀ, ਨਾ ਮਨਦੀਪ ਦੀ ਗਾਰੰਟੀ ਚੱਕੀ ਸੀ, ਤੇ ਨਾ ਆਪਣੀ ਭੂਆ ਦੇ ਖਣੀ ਮਾਸੀ ਦਾ ਮੁੰਡਾ ਰਣਜੀਤ ਆ ਉਹਦੀ ਗਾਰੰਟੀ ਚੱਕੀ ਸੀ। ਠੀਕ ਆ। ਤੁਹਾਨੂੰ ਸਭ ਨੂੰ ਅਸੀਂ ਦੱਸਿਆ ਵਾ। ਤੇ ਉਸ ਬੰਦੇ ਨੇ ਲਾਈਵ ਦੇ ਵਿੱਚ ਵੀ ਆ ਕੇ ਕਿਹਾ ਕਿ ਮੈਨੂੰ ਉਹਨਾਂ ਦੇ ਹਿਸਾਬ ਕਿਤਾਬ ਬਾਰੇ ਪਤਾ ਨਹੀਂਗਾ।
ਠੀਕ ਆ। ਤੇ ਜੇ ਆਪਾਂ ਹੁਣ ਕਹਿੰਦੇ ਆ ਕਿ ਆਪਾਂ ਉਹਨਾਂ ਨੂੰ ਯਾਰ ਟੌਰਚਰ ਕਰੀ ਜਾਈਏ ਕੋਈ ਜਾਨੀ ਨੁਕਸਾਨ ਹੋ ਜੇ, ਠੀਕ ਆ, ਮੰਨ ਕੇ ਚੱਲਦੇ ਆ, ਫਿਰ ਸਾਡੇ ਲੋਕਾਂ ਨੇ ਦੂਜੇ ਪਾਸੇ ਹੋ ਜਾਣਾ ਯਾਰ ਹਿਸਾਬ ਕਿਤਾਬ ਦੇ ਤਾਂ ਦਿੱਤਾ ਸੀਗਾ, ਤੁਸੀਂ ਤਾਂ ਭਰੇ ਖੜਾ ਨਹੀਂ ਛੱਡਿਆ ਉਹਨਾਂ ਭਰਾਵਾਂ ਦਾ, ਉਹਨਾਂ ਦਾ ਕੀ ਕਸੂਰ ਸੀ ਓਏ, ਕੀ ਕਰਤਾ ਤੁਸੀਂ? ਜਿੰਨਾ ਕੁਝ ਵੀ ਹੋ ਗਿਆ ਕਿਸ ਹੱਦ ਤੱਕ ਹੋ ਗਿਆ, ਬਹੁਤ ਹੋ ਗਿਆ, ਪਰ ਅੱਗੇ ਤੋਂ ਉਹਨਾਂ ਨੂੰ ਛੱਡੋ। NRI ਭਰਾਵਾਂ ਨੂੰ ਜਾਗਣਾ ਚਾਹੀਦਾ, ਸਾਡਿਆਂ ਨੂੰ ਅੱਖਾਂ ਮੀਚ ਕੇ ਪੈਸਾ ਨਾ ਭੇਜੋ। ਆਪਣੇ ਪਿੰਡ 'ਚ ਦੇਖੋ, ਆਪਣੇ ਪਿੰਡ 'ਚ ਗਰੀਬ ਪਰਿਵਾਰ ਦੇਖੋ, ਗਰੀਬ ਬੱਚਾ ਵੇਖੋ, ਉਹਨਾਂ ਨੂੰ ਦੇਖੋ, ਇਹਨਾਂ ਨੂੰ ਛੱਡੋ, ਠੀਕ ਹੈ ਨਾ। ਤੇ ਇੰਨੀਆਂ ਕੁ ਬੇਨਤੀਆਂ ਤੁਹਾਡੀ ਕਚਹਿਰੀ ਦੇ ਵਿੱਚ ਕਰਨੀਆਂ ਸੀਗੀਆਂ, ਕਿਉਂਕਿ ਇਸ ਗੱਲ ਦੀ ਭਰਾਵੋ ਜਿਹੜਾ ਸੋਸ਼ਲ ਮੀਡੀਆ ਦਾ ਵਰਕ ਕਰਦਾ ਨਾ, ਅਸੀਂ ਇੱਕ ਮੀਡੀਆ ਦੀ ਤਰ੍ਹਾਂ ਅਸੀਂ ਆਪਣਾ ਪੇਜ ਨੂੰ ਵਰਤਿਆ। ਨਾ ਸਾਨੂੰ ਫੇਮ ਚਾਹੀਦੇ ਆ, ਨਾ ਸਾਨੂੰ ਮਸ਼ਹੂਰੀ ਚਾਹੀਦੀ ਆ, ਨਾ ਸਾਨੂੰ ਨਾਮ ਦੀ ਕੋਈ ਗੱਲ ਆ, ਠੀਕ ਆ ਨਾ। ਜਿਨ੍ਹਾਂ ਦੇ ਕੁੜੀਆਂ ਦੇ ਨਾਂ ਦੇ ਪੇਜ ਬਣਾਏ ਆ, ਗੰਦੀਆਂ ਵੀਡੀਓ ਸ਼ੇਅਰ ਕਰ ਦਿੰਦੇ ਆ, ਕੋਈ ਚੱਕਵੀਆਂ ਵੀਡੀਓ ਸ਼ੇਅਰ ਕਰ ਦਿੰਦੇ ਆ, ਚੱਲਦੇ ਤਾਂ ਉਹਨਾਂ ਦੇ ਪੇਜ ਵੀ ਪਏ ਆ, ਠੀਕ ਆ। ਅਸੀਂ ਪੇਜ ਸਿਰਫ ਇਸ ਲਈ ਬਣਾਏ ਆ ਕਿ ਤੁਹਾਨੂੰ ਜਿਹੜਾ ਮੀਡੀਆ ਨਹੀਂ ਦਿਖਾ ਰਿਹਾ ਨਾ, ਉਹ ਅਸੀਂ ਦਿਖਾਵਾਂਗੇ। ਅਸੀਂ ਜ਼ਰੂਰਤ ਕਰਾਂਗੇ, ਹਿੰਮਤ ਕਰਾਂਗੇ ਉਹ ਚੀਜ਼ਾਂ ਬੋਲਣ ਦੀ। ਤੁਸੀਂ ਕਹਿੰਦੇ ਨੇ ਦੂਸਰੇ ਮਸਲਿਆਂ ਤੇ ਬੋਲੋ, ਠੀਕ ਹੈ ਨਾ। ਦੂਸਰੇ ਸਾਰੇ ਮਸਲਿਆਂ ਤੇ ਬੋਲ ਕੇ ਦੇਖ ਲਿਆ, ਐਂਡ ਨੂੰ ਕੀ ਮਿਲਦਾ ਭਰਾਵਾ? ਨਿਰਾਸ਼ਾ ਹੀ ਮਿਲਦੀ ਆ। ਕਿਸੇ ਨਾ ਕਿਸੇ ਭਗਤ ਦਾ ਟੈਗ ਪਾਉਂਦੇ ਆ ਕਿ ਬਾਈ ਤੂੰ ਦੂਜੇ ਦਾ, ਜੇ ਕਾਂਗਰਸੀਆਂ ਦੀ ਕੋਈ ਗੱਲ ਕਰਦੇ ਆ ਕਹਿੰਦੇ ਅਕਾਲੀਆਂ ਦਾ ਬੰਦਾ, ਜੇ ਅਕਾਲੀਆਂ ਦੀ ਕੋਈ ਗੱਲ ਕਰਦੇ ਆ ਕਹਿੰਦੇ ਕਾਂਗਰਸੀਆਂ ਦਾ ਬੰਦਾ। ਆਹ ਤਾਂ ਹਾਲਾਤ ਆ ਸਾਡੇ ਲੋਕਾਂ ਦੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੋ ਕੁਝ ਲੰਘ ਕੇ ਗਿਆ ਉਹੀ ਕੁਝ ਹੋਣਾ, ਹੁਣ ਨਵਾਂ ਤਾਂ ਕੁਝ ਹੋਣ ਨਹੀਂ ਲੱਗਾ, ਠੀਕ ਹੈ ਨਾ। ਤੇ ਸੋ ਸਾਨੂੰ ਸਾਰੇ ਭਰਾਵਾਂ ਨੂੰ ਜਾਗਣ ਦੀ ਲੋੜ ਆ। ਜਿਨ੍ਹਾਂ ਦੇ ਭਰਾ ਵੀ ਵਹਿੰਦੇ ਪਏ ਨਾ ਇੰਡੀਆ ਦੇ ਵਿੱਚ, ਜਿਨ੍ਹਾਂ ਦੇ ਚਾਚੇ ਤਾਏ ਮਾਮੇ ਭੂਆ ਫੁੱਫੜ ਬਾਹਰ ਬੈਠੇ ਆ, ਉਹ ਜ਼ਰੂਰ ਇਹ ਫੋਨ ਕਰਕੇ ਦੱਸਣ ਕਿ ਬਈ ਜੇ ਤੁਸੀਂ ਪੈਸੇ ਭੇਜਣੇ ਆਪਣੇ ਪਰਿਵਾਰਾਂ ਨੂੰ ਭੇਜੋ। ਐਦਾਂ ਵੀਡੀਓ ਦੇਖ ਕੇ ਲੱਗਦਾ ਵੀ ਸਾਰਾ ਪੰਜਾਬ ਹੀ ਯਾਰ ਮੰਗਤਾ ਬਣ ਗਿਆ, ਸਾਰਾ ਪੰਜਾਬ ਹੀ ਟੋਟਲੀ ਮੰਗਤਾ ਬਣ ਗਿਆ। ਮੈਂ ਗੌਰਵ ਵਾਲੀ ਰਿਕਾਰਡਿੰਗ ਚਲਾ ਦੇਵਾਂ ਤੇ ਇਹ ਗੱਲਾਂ ਬਘੇਲ ਸਾਹਿਬ ਤੇ ਉਹ ਤੁਹਾਡੇ ਤੇ ਡਿਪੈਂਡ ਆ ਭਰਾ, ਹਨਾ, ਕਿਸ ਤਰ੍ਹਾਂ ਤੁਸੀਂ ਗੱਲ ਕਰਨੀ ਆ। ਤੇ ਮੈਂ ਤਾਂ ਕਹਿੰਦਾ ਪਹਿਲਾਂ ਗੱਲ ਨਿਬੜ ਲੈਣ ਦਿਓ ਇਹ ਸਾਰੀ, ਕਿ ਅੱਜ ਗੋਲਡੀ ਕੀ ਮੰਨਦਾ ਏ ਇਸ ਗੱਲ ਨੂੰ ਕਿ ਨਹੀਂ ਮੰਨਦਾ, ਕਿ ਵਾਕਈ ਉਹਨਾਂ ਦਾ ਹਿਸਾਬ ਕਿਤਾਬ ਸਹੀ ਪਾਰਦਰਸ਼ੀ ਨਹੀਂ ਦਿੱਤਾ ਗਿਆ ਗੁਰੂ ਘਰ ਜਾ ਕੇ। ਤੇ ਆਪਾਂ ਇਹੀ ਗੱਲ ਦੇਖਣੀ ਆ। ਤੇ ਇੰਨੀ ਕਿ ਤੁਹਾਡੇ ਕਚਹਿਰੀ ਦੇ ਵਿੱਚ ਹਾਜ਼ਰੀ ਲਵਾਉਣੀ ਸੀ, ਤੂੰ ਰਲ ਗਿਆ, ਕਿੰਨੇ ਪੈਸੇ ਲੈ ਗਏ ਆ, ਕਿਸੇ ਪਾਸਿਓਂ ਲਈ ਦੀ ਹੁੰਦੀ ਆ। ਗਗਨਪ੍ਰੀਤ ਸੰਧੂ ਭਰਾ ਮੇਰੇ ਆ, ਜੇ ਬੂਥੀ ਨਹੀਂ ਨਾ ਚੱਜਦੀ ਤਾਂ ਗੱਲ ਚੱਜਦੀ ਕਰ ਲਿਆ ਕਰ। ਸਿਰ ਤੇ ਤੇਰੇ ਪੱਗ ਬੰਨੀ ਆ, ਤੇ ਨਹੀਂ ਮੈਂ ਤੈਨੂੰ ਦੱਸ ਦਿੰਦਾ ਤਾਂ ਬੋਲਣ ਦਾ ਜਵਾਬ ਕਿੱਦਾਂ ਹੁੰਦਾ, ਠੀਕ ਹੈ ਨਾ। ਅਮਰੀਕਾ ਦੀ ਧਰਤੀ ਦੇ ਉੱਤੇ ਬੈਠੀਆਂ ਜਿੱਥੇ ਲੋਕ ਤਰਸਦੇ ਆ, ਦੁਨੀਆ ਦਾ ਐਂਡ ਹੋ ਜਾਂਦਾ ਇਸ ਧਰਤੀ ਤੇ ਆ ਕੇ। ਤੇ ਇਹੋ ਜਿਹੀ ਧਰਤੀ ਤੇ ਆ ਕੇ ਅਸੀਂ ਇੰਡੀਆ ਵਾਲੇ ਰੁਪਈਆਂ ਨੂੰ ਨਹੀਂ ਦੇਖਣ ਲੱਗੇ, ਜਿੱਥੇ ਅਸੀਂ ਵਾਹਿਗੁਰੂ ਨੇ ਸਾਨੂੰ ਡਾਲਰਾਂ 'ਚ ਬਖਸ਼ਿਆ, ਸਾਨੂੰ ਡਾਲਰਾਂ 'ਚ ਰੱਖਿਆ। ਤੇ ਗੱਲ ਚੱਜ ਦੀ ਕਰ ਲਿਆ ਕਰੋ, ਠੀਕ ਆ ਨਾ। ਐਵੇਂ ਨਾ ਲਾਈਵ ਦੇ ਵਿੱਚ ਆ ਕੇ ਬੇਇੱਜ਼ਤੀ ਕਰਵਾਇਆ ਕਰੋ। ਜੇ ਤੁਸੀਂ ਬੋਲਣ ਜਾਣਦੇ, ਜੇ ਗਾਲ ਕੱਢਣ ਜਾਣਦੇ, ਜਵਾਬ ਗਾਲ ਦਾ ਗਾਲ ਨਾਲ ਹੀ ਦੇਵਾਂਗੇ, ਐਡੀ ਕੋਈ ਵੱਡੀ ਗੱਲ ਨਹੀਂ ਗੀ, ਠੀਕ ਹੈ ਨਾ। ਅਸੀਂ ਸਿਰਫ ਇਹ ਗੱਲ ਕਰਦੇ ਹਾਂ ਕਿ ਪਿਆਰ ਨਾਲ ਗੱਲ ਕਰਦੇ ਹਾਂ, ਤੇ ਪਿਆਰ ਨਾਲ ਰਹੋਗੇ ਤੇ ਪਿਆਰ ਨਾਲ ਬੋਲੋਗੇ। ਜੇ ਤੁਸੀਂ ਉਹਨਾਂ ਦੇ ਅੰਨੇ ਭਗਤ ਆ ਨਾ, ਤੇ ਉੱਥੇ ਜਾ ਕੇ ਯਾਨੀਆਂ ਗਧੀਆਂ ਤੇ ਉਹਨਾਂ ਲਈ ਜਾ ਕੇ ਢੇਰ ਚੱਕੋ, ਠੀਕ ਹੈ ਨਾ। ਜਿੱਥੇ ਉਹ ਕੰਮ ਕਰਦੇ ਪਏ ਉਹਨਾਂ ਨਾਲ ਜਾ ਕੇ ਹੈਲਪ ਕਰਾਇਆ ਕਰੋ। ਕਿ ਜਗਦੀਪ ਰੰਧਾਵਾ ਵੀ ਦਵਾਈ ਮੰਗਦਾ ਨਹੀਂ ਵੀਰੇ, ਉਹ ਹੋ ਗਿਆ ਰੰਧਾਵੇ ਦਾ ਕਲੀਅਰ ਹੋ ਗਿਆ, ਉਹ ਵੀਰ ਗਲਤੀ ਮੰਨ ਗਿਆ ਆਪਣੀ। ਤੇ ਉਹ ਬਘੇਲ ਨੂੰ ਵੀ ਪਤਾ ਵਾ, ਉਹਦੇ ਸਬੰਧ ਵਿੱਚ ਬਘੇਲ ਨਾਲ ਗੱਲ ਹੋ ਗਈ ਆ। ਚਲੋ ਜਦੋਂ ਵੀ ਲਾਈਵ ਕੋਈ ਬੰਦਾ ਚੱਲਦਾ ਹੁੰਦਾ ਨਾ, ਲਾਈਵ ਦੇ ਵਿੱਚ ਬਹੁਤ ਵੱਡੇ ਬੰਦਿਆਂ ਤੋਂ ਗਲਤੀ ਹੁੰਦੀ ਆ। ਜਦੋਂ ਵੀ ਲਾਈਵ ਚੱਲਦਾ ਹੁੰਦਾ ਤੇ ਜ਼ੁਬਾਨ ਆਪਣੀ ਵਿੱਚੋਂ ਜਿਹੜੀ ਗੱਲ ਨਿਕਲ ਗਈ ਆ ਉਹ ਲਿਖੀ ਜਾਂਦੀ ਹੁੰਦੀ ਆ, ਠੀਕ ਹੈ ਨਾ। ਇਸ ਕਰਕੇ ਉਸ ਵੀਰ ਨੇ ਮਾਫੀ ਮੰਗ ਲਈ ਆਪਣੇ ਤੌਰ ਤੇ, ਬਈ ਮੈਂ ਤਾਂ ਵੀਰ ਕੁਛ ਕਰਨਾ, ਕੁਛ ਕਹਿਣਾ ਕੁਝ ਹੋਰ ਚਾਹੁੰਦਾ ਸੀਗਾ। ਤੇ ਗੱਲ ਉਹ ਸਮਝ ਲਓ ਬਈ ਦੋਹੀਂ ਪਾਸੀ ਜੀ ਉਹਦੇ ਕੋਲ ਹੋ ਗਈ, ਤੇ ਉਹ ਆਪਣੀ ਆ ਚੁੱਕਾ ਹੈ। ਬਣਦਾ ਕਿ ਉਸ ਬੰਦੇ ਨੂੰ ਆਪਾਂ ਟਾਰਗੇਟ ਕਰੀਏ। ਤੇ ਚੰਗਾ ਹੈ, ਸਾਰੇ ਭਰਾ ਹੀ ਚੰਗੇ ਜਿਹੜੇ ਪੰਜਾਬ ਲਈ ਬੋਲਦੇ, ਪੰਜਾਬ ਦੇ ਮਸਲਿਆਂ ਲਈ ਬੋਲਦੇ ਆ। ਤੁਸੀਂ ਸੱਚ ਅੱਗੇ ਲੈ ਕੇ ਆਉਣਾ ਸੀ, ਹੁਣ ਤੁਸੀਂ ਪਿੱਛੇ ਹਟ ਗਏ ਜਾਂ ਹਟਣਾ ਚਾਹੁੰਦੇ ਹੋ, ਉਹ ਪਲੀਜ਼ ਡੋਂਟ ਮਾਈਂਡ। ਮਨਪ੍ਰੀਤ ਸ਼ੇਰਗਿੱਲ ਭਰਾ ਮੇਰੇ, ਉਹ ਹਜੇ ਸੱਚ ਤੁਹਾਡੇ ਸਾਹਮਣੇ ਆਇਆ ਕਿਹੜਾ ਨਹੀਂ, ਮੈਨੂੰ ਇਹ ਦੱਸ ਦਿਓ ਕਿਹੜਾ ਨਹੀਂ ਸੱਚ ਤੁਹਾਡੇ ਸਾਹਮਣੇ ਆਇਆ। ਇੱਕ ਦੱਸ ਦਿਓ ਵੀ ਕਿਹੜਾ ਨਹੀਂ ਸੱਚ ਤੁਹਾਡੇ ਸਾਹਮਣੇ ਆਇਆ। 1 ਮਹੀਨਾ ਹੋ ਗਿਆ ਯਾਰ, ਹਜੇ ਵੀ ਤੁਸੀਂ ਭਰਾ ਮੇਰੇ ਨਹੀਂ ਸਮਝੇ
ਕਿ ਬਈ ਸੱਚ ਕੀ ਆ। ਠੀਕ ਹੈ ਨਾ, ਇੰਨੀ ਕੁ ਤਾਂ ਆਪਾਂ ਕਾਮਨ ਸੈਂਸ, ਆਪਾਂ ਪੜ੍ਹੇ ਲਿਖੇ ਮੁੰਡੇ ਆ। ਠੀਕ ਹੈ ਨਾ, ਇੰਨਾ ਕੁ ਤਾਂ ਆਪਾਂ ਰੱਖਦੇ ਆ ਕਿ ਬਈ ਕੀ ਆ, ਕੀ ਹੋ ਰਿਹਾ ਵਾ। ਵੇਖੇ ਤਾਂ ਇੰਡੀਆ ਨਹੀਂ ਸੀ ਜਦੋਂ ਬਾਪੂ ਸਿਰ ਤੇ ਸੀ। ਸਹੀ ਗੱਲ ਆ ਭਰਾ ਬਗੇਲ। ਤੇ ਮੇਰਾ ਕਿਸੇ ਨੇ ਮਕਸਦ ਲਈ ਟਾਰਗੇਟ ਨਹੀਂ ਕਰਨਾ ਇਸ ਵੀਡੀਓ ਦੇ ਵਿੱਚ। ਮੇਰਾ ਸਿਰਫ NRI ਭਰਾਵਾਂ ਨੂੰ ਮੈਸੇਜ ਆ ਕਿ ਭਰਾਵੋ ਹੱਥ ਬੰਨੇ ਤੁਹਾਡੇ ਅੱਗੇ, ਜਾਗੋ ਜਾਗੋ। ਠੀਕ ਆ ਨਾ, ਇੰਨੀ ਗੱਲ ਕਹਿਣ ਲਈ ਆਏ ਆ ਅਸੀਂ। ਤੇ ਸੁਖਵਿੰਦਰ ਸਿੰਘ ਭਾਜੀ ਆ ਗਏ ਨੇ ਪੀਪੀ ਦੇ। ਕਿਸ ਨਾਲ ਬੈਸੋਗੇ ਸੁੱਖੇ ਬਾਈ, ਕਤੀੜਾ ਮੇਰੇ ਨਾਲ ਵੀ ਲੜੀ ਜਾਂਦੀਆਂ ਚਵਲਾਂ, ਵਾਕਿਆ ਸਹੀ ਨਾਮ ਦਿੱਤਾ ਬਘੇਲ ਸਿੰਘ ਨੇ, ਗਧੀਆਂ। ਕੋਈ ਗੱਲ ਨਹੀਂ ਭਾਜੀ, ਇਹਨਾਂ ਦੇ ਤੁਹਾਡਾ ਕੁਝ ਹੋਰ ਤਰੀਕਾ, ਸਾਡਾ ਕੁਝ ਇਹਨਾਂ ਨਾਲ ਬੋਲਣ ਦਾ ਹੋਰ ਤਰੀਕਾ। ਅਸੀਂ ਇਹਨਾਂ ਦੀ ਭਾਸ਼ਾ 'ਚ ਫਿਰ ਸਮਝਾਈਦਾ ਚੰਗੀ ਤਰ੍ਹਾਂ, ਫਿਰ ਸਮਝ ਜਾਂਦੇ, ਫਿਰ ਆਉਂਦੇ ਨਹੀਂ ਗੇ ਦੁਬਾਰਾ ਲਾਈਵ ਦੇ ਵਿੱਚ। ਠੀਕ ਹੈ ਜੀ। ਤੇ ਇੰਨੀ ਕੁ ਬੇਨਤੀ ਕੋ ਪ੍ਰਵਾਨ ਕਰਨੀ, ਜਿੰਨੀ ਕੁ ਹਾਜ਼ਰੀ ਲਵਾ ਸਕੇ ਆ ਭਰਾਵਾ, ਜਿੰਨੀ ਕੁ ਹਿੰਮਤ ਰੱਖੀ ਸੀ ਬੋਲਣ ਦੀ, ਉਨੀ ਕੁ ਤੁਹਾਡੇ ਸਾਹਮਣੇ ਅਸੀਂ ਰੱਖੀ ਆ। ਤੇ ਅੱਗੇ ਤੁਸੀਂ ਫੈਸਲਾ ਕਰਨਾ, ਕਿਉਂਕਿ ਇਹ ਤਿੰਨ ਤਾਂ ਆ ਗਏ ਸਾਹਮਣੇ। ਜਿਹੜੇ ਬਾਕੀ ਬੈਠੇ ਆ ਉਹਨਾਂ ਨੂੰ ਕੌਣ ਅੱਗੇ ਲੈ ਕੇ ਆਊਗਾ? ਛੋਟੇ ਛੋਟੇ, ਠੀਕ ਹੈ ਨਾ, ਠੱਗ, ਉਹਨਾਂ ਬਾਰੇ ਕੌਣ ਪਤਾ ਕਰੂਗਾ? ਮੇਰੇ ਹਿਸਾਬ ਨਾਲ ਜੇ ਕੱਲੇ ਦੇ ਬੋਲ ਗਏ ਨਾ, ਜੇ ਕੱਲੇ ਬਾਰੇ ਏਦਾਂ ਹੀ ਮਹੀਨਾ ਲੰਘਣ ਲੱਗ ਗਿਆ, ਤੇ ਮੈਨੂੰ ਤਾਂ 2-3 ਸਾਲ ਪੱਕੇ ਆ। ਜਿੰਨੇ ਵੀ NGO ਖੋਲ ਕੇ ਬੈਠੇ ਆ, ਜਿਨ੍ਹਾਂ ਦਾ ਹਿਸਾਬ ਕਿਤਾਬ ਪਤਾ ਹੀ ਨਹੀਂਗਾ। ਜੇ ਇੱਕੇਦਮ ਛਾਪਾ ਪੈਂਦਾ ਨਾ ਇਹਨਾਂ ਤੇ, ਮੈਂ ਗਰੰਟੀ ਕਰਦਾ ਇੱਕ ਵੀ ਬੰਦੇ ਤੋਂ ਪਾਰਦਰਸ਼ੀ ਤਰੀਕੇ ਨਾਲ ਹਿਸਾਬ ਨਹੀਂ ਦੇ ਹੋਣਾ ਸੀ, ਇੱਕ ਵੀ ਬੰਦੇ ਤੋਂ। ਬਾਕੀਆਂ ਨੇ ਸੌਰੀ ਆਪਣੀ ਲਿਖਤ ਪੜ੍ਹਤ ਕਰ ਲਈ ਆ। ਤੇ ਹੁਣ ਇੰਨਾ ਕੁ ਕਹਿਣਾ ਸੀਗਾ ਭਰਾਓ, ਹੁਣ ਜਾਗੋ। ਕਾਕਾ ਅਮਰੀਕਾ ਵਾਲਿਆਂ ਨੇ ਪੰਗਾ ਨਾ ਲੈ, ਓਕੇ ਤੇਰੇ ਲਈ ਨਹੀਂ ਚੰਗਾ। ਕੁਛ ਮਨਪ੍ਰੀਤ ਕਿਸੇ ਰਿਪਲਾਈ ਕੀਤਾ ਭਰਾ। ਤੇ ਵੱਡੀ ਠੱਗੀ ਬਣੀ ਹੋਈ ਸੀ, ਗੁੱਡ ਵਰਕ ਆ ਭਰਾ। ਇਹ ਤਾਂ ਰੁਪਿੰਦਰਪਾਲ ਸਿੰਘ ਜੀ ਭਰਾ, ਤੁਹਾਡੇ ਸਾਹਮਣੇ ਆ ਗਿਆ ਸਭ ਕੁਛ ਨਾ। ਇਹਦਾ ਫੈਸਲਾ ਤੁਸੀਂ ਕਰਨਾ, ਨਾ ਕਿ ਫੈਸਲਾ ਅਸੀਂ ਕਰਨਾ, ਨਾ ਬਘੇਲ ਨੇ ਕਰਨਾ, ਨਾ ਕਿਸੇ ਹੋਰ ਨੇ ਕਰਨਾ। ਕੀ ਸਹੀ ਆ ਕੀ ਗਲਤ ਆ ਭਰਾਵੋ, ਲੋਕਾਂ ਦੀ ਕਚਹਿਰੀ ਵਿੱਚ ਹੁੰਦੀ ਆ ਇਦਾਂ ਦੀ ਗੱਲ। ਤੇ ਉਹੀ ਅਸੀਂ ਰੱਖੀ ਆ। ਕਰਮਜੀਤ ਸੰਧੂ, ਸਿਰਫ ਜਿਹੜੀ NGO ਮਨੁੱਖ ਕੋਲ ਰੱਖ ਕੇ ਚੱਲਦੀ ਆ ਉਸ ਨੂੰ ਪੈਸਾ ਭੇਜਿਆ ਜਾਵੇ। ਜਿਹੜੀ NGO ਮਨੁੱਖ ਨੂੰ ਕੋਲ, ਤੁਸੀਂ ਜਿਹੜੀ ਗੱਲ ਕਰਦੇ ਨਾ ਭਰਾ, ਕਿ ਜਿਹੜੀ NGO ਬੰਦਿਆਂ ਨੂੰ ਆਪਣੇ ਕੋਲੇ ਰੱਖਦੀ ਆ, ਉਹਨਾਂ ਨੂੰ ਪੈਸਾ ਭੇਜੋ। ਇਹ ਗੱਲ ਤੁਸੀਂ ਕਹਿੰਦੇ ਪਏ ਆ ਹਨਾ। ਇਸ ਚੀਜ਼ ਦੇ ਵਿੱਚ ਵੀ ਠੱਗ ਬੈਠੇ ਆ। ਇਹ ਤੁਸੀਂ ਭੁਲੇਖੇ 'ਚ ਰਹਿ ਜਿਓ ਕਿ ਹਾਂ ਵੀ ਜਿਹੜੇ ਬੰਦਿਆਂ ਨੂੰ ਸਾਂਭਦੇ ਬੈਠੇ ਆ ਜਾਂ ਆਸ਼ਰਮ ਖੋਲ ਕੇ ਬੈਠੇ ਆ, ਉੱਥੇ ਵੀ ਬਹੁਤ ਵੱਡੇ ਲੈਵਲ ਤੇ ਪੈਸਾ ਖਾਦਾ ਜਾਂਦਾ ਵਾ। ਤੇ ਗੱਲ ਹਜੇ ਆਉਣ ਵਾਲੇ ਸਮੇਂ 'ਚ ਸ਼ਾਇਦ ਆ ਵੀ ਜਾਵੇ ਉਹਨਾਂ ਪ੍ਰਤੀ। ਉਹ ਗੱਲ ਹਜੇ ਉੱਥੇ ਹੀ ਹੋਲਡ ਤੇ ਪਈ ਆ। ਕੈਨੇਡਾ ਤੋਂ ਆ ਕੋਈ ਭੈਣ ਆਪਣੀ, ਠੀਕ ਆ, ਜਿਹਨੇ ਸਾਰੀਆਂ ਡਿਟੇਲਾਂ ਇਹ ਕੱਢ ਕੇ ਆਪਣੇ ਆਪ ਹੀ ਲਾਈਵ ਹੋਊਗੀ, ਜੇ ਹੋਊਗੀ ਕਿਸੇ ਪ੍ਰਤੀ ਉਹ। ਠੀਕ ਆ ਨਾ ਯਾਰ, ਯਕੀਨ ਮੈਂ ਤੁਹਾਨੂੰ ਦੱਸਾਂ, ਤੁਸੀਂ ਇੱਕ ਗੱਲ ਸੱਚ ਕੇ ਮੰਨ ਕੇ ਚੱਲੋ। ਠੀਕ ਆ ਨਾ, ਅੱਜ ਕੱਲ੍ਹ ਦੇ ਟਾਈਮ ਕੀ ਕੋਈ ਬੰਦਾ, ਅੱਜ ਕੱਲ੍ਹ ਦੇ ਜਿਹੜਾ ਦੌਰ ਚੱਲਦਾ ਪਿਆ, ਠੀਕ ਆ, ਅੱਜ ਕੱਲ੍ਹ ਦੇ ਦੌਰ ਦੇ ਵਿੱਚ ਸਕੇ ਭਰਾਵਾਂ ਤੇ ਵੀ ਇਤਬਾਰ ਕਰਨ ਵਾਲਾ ਟਾਈਮ ਨਹੀਂ ਰਹਿ ਗਿਆ। ਠੀਕ ਆ ਨਾ, ਸਭ ਪੈਸੇ ਨਾਲ ਪੈਸੇ ਦਾ ਮੋਹ ਆ ਭਰਾਵਾ। ਗੁਰੂ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਪੈਸੇ ਕਰਕੇ। ਗੁਰੂ ਘਰ ਕੀ ਆ? ਸਿੱਖੀ ਦਾ ਸਕੂਲ। ਠੀਕ ਆ, ਲੋਕ ਸਿੱਖਣ ਵਾਸਤੇ ਜਾਂਦੇ ਆ। ਤੇ ਮੈਨੂੰ ਦੱਸ ਦਿਓ, ਜੇ ਕਿਰਪਾਨਾਂ ਨਹੀਂ ਚੱਲਦੀਆਂ ਉੱਥੇ ਵੀ ਪੈਸਿਆਂ ਪਿੱਛੇ, ਪ੍ਰਧਾਨਗੀ ਪਿੱਛੇ, ਤਾਂ ਕਹਿ ਦਿਓ ਹਾਂ ਵੀ ਸੁੱਖੇ ਬਾਈ ਤੂੰ ਝੂਠ ਬੋਲਦਾ। ਰੌਲਾ ਕਾਹਦਾ? ਪੈਸੇ ਦਾ ਤੇ ਪ੍ਰਧਾਨਗੀ ਦਾ। ਤੇ ਜਿਹੜਾ ਆਹ ਮੁੱਦਾ ਚੱਲਦਾ ਆਇਆ ਏ 1 ਮਹੀਨੇ ਤੋਂ, ਰੌਲਾ ਕਾਹਦਾ ਸੀਗਾ? ਪੈਸੇ ਦਾ। ਠੀਕ ਹੈ ਨਾ, ਪੈਸਾ ਤਾਂ ਵੱਡਿਆਂ ਨੂੰ ਬੇਈਮਾਨ ਬਣਾਉਣ ਦਾ। ਤੇ ਫਿਰ ਆਪਾਂ ਤਾਂ ਚੀਜ਼ ਹੀ ਕੀ ਆ? ਠੀਕ ਹੈ ਨਾ, ਗੰਗੂ ਵਰਗਿਆਂ ਨੇ ਸਾਹਿਬਜ਼ਾਦਿਆਂ ਨੂੰ ਵੇਚਤਾ ਸੀਗਾ ਪੈਸੇ ਦੀ ਖਾਤਰ। ਇਸ ਤੋਂ ਵੱਡੀ ਉਦਾਹਰਨ ਮੈਂ ਤੁਹਾਨੂੰ ਦੇ ਨਹੀਂ ਸਕਦਾਗਾ। ਜੇ ਤੁਸੀਂ ਸਮਝਣਾ ਤਾਂ ਤੁਹਾਡੀ ਤੇ ਆ, ਜੇ ਤੁਸੀਂ ਨਹੀਂ ਸਮਝਣਾ ਤੇ ਭਰਾਵੋ ਉਹ ਵੀ ਤੁਹਾਡੇ ਤੇ ਆ। ਤੇ NRI ਭਰਾਵਾਂ ਨੂੰ ਮੈਂ ਫਿਰ ਬੇਨਤੀ ਕਰਦਾ ਕਿ ਭਰਾਵੋ, ਸਾਡੇ ਕਰਨ ਨਾਲ ਕੁਝ ਨਹੀਂ ਹੋਣਾ। ਜੇ ਕਰਨਾ ਤੇ ਖੁਦ ਤੁਹਾਨੂੰ ਕੁਝ ਕਰਨਾ ਪੈਣਾ ਵਾ। ਖੁਦ ਤੁਹਾਨੂੰ ਜ਼ਿੰਮੇਵਾਰ ਬਣਨਾ ਪੈਣਾ ਵਾ। ਆਪਣਾ ਫਰਜ਼ ਤੁਹਾਨੂੰ ਆਪ ਨਿਭਾਉਣਾ ਪੈਣਾ ਵਾ। ਅਸੀਂ ਅੱਜ ਬੋਲ ਪਏ ਆ, ਕੱਲ ਨੂੰ ਅਸੀਂ ਨਾ ਬੋਲਾਂਗੇ ਫਿਰ।
ਸੁਰਜੀਤ ਬੋਪਰ ਆਏ, ਸੋਸ਼ਲ ਮੀਡੀਆ ਤੇ ਸਭ ਤੋਂ ਲੰਬੀ ਲੜਾਈ ਲੜੀ ਤੁਸੀਂ ਭਰਾਵੋ, ਸਲੂਟ ਆ ਤੁਹਾਨੂੰ। ਲੜਾਈ ਭਰਾਵੋ, ਕੋਈ ਵੀ ਲੜਾਈ ਆ ਨਾ, ਉਹ ਇਕੱਲੇ ਤਾਂ ਲੜੀ ਨਹੀਂ ਜਾਂਦੀ, ਤੁਹਾਡੇ ਜਿਹੇ ਭਰਾਵਾਂ ਦਾ ਸਾਥ ਹੁੰਦਾ ਤਾਂ ਹੀ ਲੜੀ ਜਾਂਦੀ ਆ, ਸਹੀ ਆ ਨਾ। ਤੇ ਜੇ ਮੈਂ ਕਹਿੰਦਾ ਇਕੱਲਾ ਇਨਸਾਨ ਤਾਂ ਕੁਝ ਵੀ ਨਹੀਂ ਕਰ ਸਕਦਾਗਾ। ਜਦ ਤੱਕ ਕਿਸੇ ਦਾ, ਆਪਾਂ ਆਮ ਹੀ ਕਹਾਵਤ ਸੁਣੀ ਆ ਕਿ ਆਪਾਂ ਜੇ ਇੱਕ ਸੋਟੀ ਹੱਥ ਦੇ ਵਿੱਚ ਫੜੀਏ ਤੇ ਅਕਸਰ ਉਹ ਟੁੱਟ ਜਾਂਦੀ ਆ ਬੜੀ ਸੌਖੀ। ਤੇ ਜਦੋਂ ਆਪਾਂ 10-12 ਕੋਈ ਚੀਜ਼ਾਂ ਸੋਟੀਆਂ ਫੜ ਕੇ ਕੋਈ ਸਿਟੀ ਹੋ ਗਈ ਕੋਈ ਰੱਖ ਲਗੇ, ਉਹਨੂੰ ਆਪਾਂ ਤੋੜਨ ਦੀ ਕੋਸ਼ਿਸ਼ ਕਰਦੇ ਨਾ, ਜਦੋਂ ਇਹ ਏਕਤਾ ਹੋ ਜਾਂਦੀ ਆ ਆਪਣੀ ਸਾਰਿਆਂ ਦੇ ਵਿੱਚ, ਤੇ ਕੋਈ ਹਿਲਾ ਨਹੀਂ ਸਕਦਾਗਾ। ਤੇ ਬਸ ਮੈਂ ਇੰਨਾ ਹੀ ਕਹੂੰਗਾ। ਤੇ ਭਰਾ ਮੇਰੇ, ਜੇ ਤੁਹਾਨੂੰ ਲੱਗਦਾ ਕਿ ਵਾਕਈ ਅਸੀਂ ਤੋਂ ਕੋਈ ਗਲਤੀ ਹੋਈ ਆ ਤੇ ਜਾਂ ਅਸੀਂ ਵਿਕ ਗਏ ਆ, ਤੇ ਤੁਸੀਂ ਉਸ ਤਰ੍ਹਾਂ ਸੋਚ ਸਕਦੇ ਆ। ਤੇ ਜੇ ਲੱਗਦਾ ਕਿ ਤੁਹਾਡੇ ਛੋਟੇ ਭਰਾ ਤੋਂ ਕੋਈ ਗਲਤੀ ਹੋਈ ਆ ਤੇ ਉਹਦੇ ਲਈ ਮੈਂ ਮਾਫੀ ਮੰਗਦੇ ਆ, ਕਿਉਂਕਿ ਪਰਿਵਾਰ ਲਈ ਟਾਈਮ ਕੱਢਣਾ ਪੈਂਦਾ, ਸਾਰਿਆਂ ਲਈ ਟਾਈਮ ਕੱਢਣਾ ਪੈਂਦਾ ਵਾ। ਜਿਹੜਾ ਕੁਝ ਸੀਗਾ ਹੁਣ ਤੱਕ ਸਾਹਮਣੇ ਆ ਗਿਆ, ਬਾਕੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਆਪ ਹੀ ਦੇਖਣਾ, ਕੀ ਕਰਨਾ ਕੀ ਨਹੀਂ ਕਰਨਾ, ਆਪ ਹੀ ਤੁਸੀਂ ਖੁਦ ਨੇ ਫੈਸਲੇ ਕਰਨੇ ਆ, ਠੀਕ ਆ। ਕੌਰ ਹਰਵੀਰ ਬ੍ਰਦਰ, ਆਪਣੇ ਪੰਜਾਬ ਦੇ ਲੋਕ ਹੈ ਅੰਨੇ ਭਗਤ ਨੇ, ਉਹ ਨਹੀਂ ਚੰਗੇ ਹੋ ਸਕਦੇ। ਕੋਈ ਗੱਲ ਨਹੀਂ ਭੈਣ, ਇੱਕ ਦਿਨ ਤਾਂ ਇਹਨਾਂ ਨੂੰ ਸਮਝ ਆਉਣੀ ਸੀਗੀ, ਅੱਜ ਸਮਝ ਆ ਗਈ ਆ। ਜੇ ਹੁਣ ਕਦ ਤੱਕ ਅਸੀਂ ਵੀ ਇਹਨਾਂ ਦਾ ਅਲਾਰਮ ਬਣਦੇ ਰਵਾਂਗੇ, ਕਦ ਤੱਕ ਅਸੀਂ ਇਹਨਾਂ ਨੂੰ ਜਗਾਉਂਦੇ ਰਵਾਂਗੇ, ਠੀਕ ਹੈ ਨਾ। ਚੌਂਕੀਦਾਰ ਤਾਂ ਹੁਣ ਬਣ ਕੇ ਦਿਖਾਤਾ, 1 ਮਹੀਨਾ ਅਸੀਂ ਇਹਨਾਂ ਨੂੰ ਪਹਿਰਾ ਦੇ ਕੇ ਵੀ ਦਿਖਾਤਾ, 1 ਮਹੀਨਾ ਇਹਨਾਂ ਨੂੰ ਵੀ ਜਾਗਦੇ ਰਹੋ ਜਾਗਦੇ ਰਹੋ। ਤੇ ਜੇ ਹੁਣ ਫੈਸਲਾ ਇਹਨਾਂ ਤੋਂ ਹਜੇ ਵੀ ਨਾ ਹੋਇਆ ਤੇ ਫਿਰ ਮੈਨੂੰ ਸਮਝ ਨਹੀਂ ਆਉਂਦੀ ਫਿਰ ਇਹਨੂੰ ਕਿਹੜੇ ਤਰੀਕੇ ਨਾਲ ਸਮਝਾਇਆ ਜਾਵੇ। ਕੋਈ ਐਦਾਂ ਦੀ ਕੋਈ ਦਵਾਈ ਤਾਂ ਹੈ ਨਹੀਂ ਗੀ, ਠੀਕ ਹੈ ਨਾ, ਜਿਹੜੀ ਇਹਨਾਂ ਨੂੰ ਘੋਲ ਕੇ ਪਿਆਈ ਜਾਵੇ ਤੇ ਜਿਹੜੀ ਨਾਲ ਇਹ ਸਮਝ ਜਾਣ। ਇਹ ਸਾਰਿਆਂ ਨੇ ਜਿਹੜੇ ਸਭ ਚੋਰ ਨੇ ਯਾ ਭਰਾ। ਇੰਨੀ ਕਿ ਵੀਰੋ ਬੇਨਤੀ ਸੀਗੀ, ਕਬੂਲ ਕਰਨੀ। ਧੰਨਵਾਦ ਤੁਹਾਡਾ। ਅਗਲੇ ਮਿਲਾਂਗੇ ਅਗਲੇ ਮਸਲਿਆਂ ਤੇ ਵੀ, ਬਾਕੀ ਦੇਖਦੇ ਆ ਕੀ ਕਰਦੇ ਆ। ਸਭ ਦੇ ਨਾਲ ਆ, ਮੈਦਾਨ ਛੱਡ ਕੇ ਏਦਾਂ ਨਹੀਂ ਭੱਜਦੇਗੇ। ਪਰ ਹਾਂ, ਜਿੰਨਾ ਕੁਝ ਸਾਹਮਣੇ ਆਇਆ ਤੁਹਾਡੇ, ਠੀਕ ਹੈ ਨਾ, ਇਹ ਸਭ ਤੁਹਾਡੀ ਸਾਰਿਆਂ ਦੀ ਬਦੌਲਤ ਆ, ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੈਗਾ। ਸੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ, ਸਭ ਨੂੰ ਖੁਸ਼ ਰੱਖੇ, ਤੇ ਮਿਹਨਤਾਂ ਕਰੋ ਦੱਬ ਕੇ, ਹੱਕ ਸੱਚ ਦੀ ਕਮਾਈ ਖਾਵੋ, ਤੇ ਮੈਂ ਨਾ ਤਰੱਕੀਆਂ ਕਰੋ। ਸਭ ਤੋਂ ਵੱਡੀ ਗੱਲ ਤਾਂ ਇਹ ਆ, ਜੇ ਲਾਈਫ ਦੇ ਵਿੱਚ ਆਏ ਆ ਤੇ ਤਰੱਕੀਆਂ ਕਰੋ ਭਰਾਓ, ਤੇ ਕਿਰਤ ਕਰੋ। ਧੰਨਵਾਦ ਤੁਹਾਡਾ ਸਾਰਿਆਂ ਦਾ, ਖੁਸ਼ ਰਹੋ।